ਕਿਰਪਾ ਤੇ ਸਾਰਿਆਂ ਤੇ ਹੈ ਜਿਨ੍ਹਾਂ ਨੂੰ ਸਰੀਰ ਮਿਲਿਆ। ਕਿਰਪਾ ਤੋਂ ਬਗੈਰ ਸਾਧ ਸੰਗਤ ਇਹ ਸਰੀਰ ਪੰਜਾਂ ਤੱਤਾਂ ਦਾ ਨਹੀਂ ਮਿਲ ਸਕਦਾ। ਇਹ ਪੰਜਾਂ ਤੱਤਾਂ ਦਾ ਜਿਹੜਾ ਸਰੀਰ ਮਿਲਿਆ ਸਾਧ ਸੰਗਤ ਜੀ, ਮਹਾਰਾਜ ਨੇ ਇਹਨੂੰ ਪਾਲਣ ਵਾਸਤੇ ਪੰਜ ਬਾਣੀਆਂ ਦਾ ਨਿਤਨੇਮ ਬਖਸ਼ਿਆ। ਉਹ ਗੁਰੂ ਕਾ ਨਿਤਨੇਮ ਸਾਧ ਸੰਗਤ ਜੀ ਜਦੋਂ ਆਪਾਂ ਘਰਾਂ ਵਿੱਚ ਕਰਦੇ ਆ ਨਾ, ਤੇ ਇਹ ਸਾਡੇ ਸਰੀਰ ਨੂੰ ਖੁਰਾਕ ਮਿਲਦੀ ਹੈ। ਜਦੋਂ ਆਪਾਂ ਸਰੀਰਕ ਤੌਰ ਤੇ ਜਿਉਂਦੇ ਰਹਿਣ ਵਾਸਤੇ ਜਿਵੇਂ ਅਨੇਕਾਂ ਤਰ੍ਹਾਂ ਦੇ ਭੋਜਨ ਛਕਦੇ ਆ, ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਕੇ ਸਿੱਖ ਵਾਸਤੇ ਸੱਤ ਬਾਣੀਆਂ, ਸ਼ਾਮ ਨੂੰ ਰਹਿ ਰਸ ਦਾ ਪਾਠ, ਰਾਤ ਨੂੰ ਕੀਰਤਨ ਸੋਹਲੇ ਜੀ ਕਾ ਪਾਠ, ਔਰ ਅੰਮ੍ਰਿਤ ਵੇਲੇ ਜਿਹੜਾ ਪੰਜ ਪਿਆਰਿਆਂ ਦੇ ਕੋਲੋਂ ਆਪਾਂ ਅੰਮ੍ਰਿਤ ਦਾ ਬਾਟਾ ਛਕਦੇ ਆ, ਪੌਲ ਛਕਦੇ ਆ, ਉਦੋਂ ਹੁਕਮ ਕਰਦੇ ਆ ਕਿ ਸਿੱਖਾ ਘੱਟੋ ਘੱਟ 3 ਵਜੇ ਤੋਂ ਲੈ ਕੇ 6 ਵਜੇ ਦੇ ਅੰਦਰ ਅੰਦਰ ਤੇਰੀਆਂ ਪੰਜ ਬਾਣੀਆਂ ਦਾ ਪਾਠ ਹੋ ਜਾਣਾ ਚਾਹੀਦਾ ਹੈ। ਮਹਾਰਾਜ ਨੇ ਸਾਨੂੰ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਦਿੱਤੀ ਹੈ। ਜਪਜੀ ਦਾ ਅਰਥ ਹੈ ਜਪਣਾ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਇਹ ਜਪ ਗੁਰਬਾਣੀ ਦਾ ਨਾਮ ਹੈ। ਜਪ ਜਪ ਨਿਸ਼ਾਨ ਜਪਜੀ ਸਾਹਿਬ ਸੱਚਖੰਡ ਦੇ ਵਿੱਚ ਸਾਡੀ ਇਹ ਜਾਣ ਪਛਾਣ ਕਰਾਉਂਦੀ ਹੈ, ਬ੍ਰਹਮ ਗਿਆਨ ਦਾ ਗਿਆਨ ਕਰਾਉਂਦੀ ਹੈ। ਇਸੇ ਪ੍ਰਕਾਰ ਸਿੱਖਾ ਜਦੋਂ ਤੂੰ ਜਪਜੀ ਸਾਹਿਬ ਦੀ ਬਾਣੀ ਪੜ੍ਹੇਗਾ, ਉਸ ਤੋਂ ਬਾਅਦ ਮਹਾਰਾਜ ਨੇ ਸਾਨੂੰ ਜਾਪ ਸਾਹਿਬ ਦੀ ਬਾਣੀ ਦਿੱਤੀ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਹਦੇ ਅੰਦਰ ਫਿਰ ਜਾਪ ਚੱਲਦਾ ਹੈ। ਉਹ ਜਾਪ ਕਿਹੜਾ? ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ ਨਮਸਤੰ ਅਨੂਪੇ, ਨਮਸਤੰ ਅਭੇਖੇ ਨਮਸਤੰ ਅਲੇਖੇ। ਜਦੋਂ ਕਹਿੰਦੇ ਤੂੰ ਜਪਜੀ ਪੜ੍ਹੇਗਾ, ਜਪਜੀ ਸਾਹਿਬ ਤੋਂ ਬਾਅਦ ਤੇਰੇ ਅੰਦਰ ਇੱਕ ਜਾਪ ਚੱਲੇਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਕਹਿੰਦੇ ਤੇ ਤੂੰ ਮੂੰਹ ਤੇ ਨਿਕਲਦਾ ਗੁਰਮੁਖ ਰੋਮ ਰੋਮ ਹਰਿ ਧਿਆਵੈ। ਕਦੋਂ ਹੁੰਦਾ ਹੈ? ਜਦੋਂ ਸ਼ੁਰੂਆਤ ਸਿੱਖ ਦੀ ਜਪਜੀ ਸਾਹਿਬ ਤੋਂ ਹੋਵੇ ਤੇ ਸਮਾਪਤੀ ਰਾਤਰੀ ਦੀ ਸੋਹਲੇ ਤੋਂ ਹੋਵੇ। ਸਾਧ ਸੰਗਤ ਜੀ ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ, ਮਹਾਰਾਜ ਕਹਿੰਦੇ ਸਿੱਖਾ ਜਪਜੀ ਤੋਂ ਬਾਅਦ ਤੇਰੇ ਅੰਦਰ ਜਾਪ ਚੱਲਣਾ ਹੈ। ਤੇ ਜਾਪ ਤੋਂ ਬਾਅਦ ਜਦੋਂ ਤੂੰ ਜਪੀ ਹੋ ਗਿਆ, ਜਾਪ ਕਰਨ ਲੱਗ ਪਿਆ ਵਾਹਿਗੁਰੂ ਦਾ ਪੰਜ ਬਾਣੀਆਂ ਦਾ, ਤੇਰੇ ਅੰਦਰ ਕਿਤੇ ਪਖੰਡ ਨਾ ਆ ਜਾਵੇ, ਪਖੰਡੀ ਨਾ ਬਣ ਜਾਵੀਂ ਕਿ ਮੇਰੇ ਵਰਗਾ ਕੋਈ ਨਿਤਨੇਮੀ ਨਹੀਂ ਹੈ, ਮੇਰੇ ਵਰਗਾ ਕੋਈ ਅੰਮ੍ਰਿਤ ਵੇਲੇ ਨੂੰ ਸਾਂਭਣ ਵਾਲਾ ਨਹੀਂ ਹੈ। ਸੱਚੇ ਪਾਤਸ਼ਾਹ ਨੇ ਸਵਈਆਂ ਦੀ ਬਾਣੀ ਦਿੱਤੀ। ਮਹਾਰਾਜ ਕਹਿੰਦੇ ਕੋ ਬਤਾਨ ਕੋ ਪੂਜਤ ਹੈ ਬਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਤੀਸਰੇ ਨੰਬਰ ਤੇ ਸਾਧ ਸੰਗਤ ਜੀ ਮਹਾਰਾਜ ਨੇ ਸਾਨੂੰ ਸਵਈਏ ਦਿੱਤੇ। ਸਵਈਏ ਕਿਉਂ ਦਿੱਤੇ ਐ? ਮਹਾਰਾਜ ਕਹਿੰਦੇ ਪਖੰਡ ਦਾ ਖੰਡਨ ਕਰਨ ਵਾਸਤੇ ਤੇਰੇ ਅੰਦਰ ਹੰਕਾਰ ਨਾ ਆਵੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਪਲੀ ਵਿਦ। ਵੱਡੇ ਵੱਡੇ ਹੰਕਾਰੀ ਭਾਰੀ ਭੁਜਾਨ ਕੇ ਭੂਪ ਪਲੀ ਵਿਦ, ਨਿਆਵਤ ਸੀਸਨ ਜਾਤ ਵਿਚਾਰੇ, ਏਤੇ ਪੈ ਤੋ ਕਹਾ ਪੈ ਭੂਪਤ ਅੰਤ ਕੋ ਨਾਗਹਿ ਪਾਏ ਪਦਾਰੀ। ਪਾਏ ਦਾ ਅਰਥ ਹੈ ਜੀ ਪੈਰ। ਕਹਿੰਦੇ ਅੰਤ ਦੇ ਸਮੇਂ ਨੰਗੇ ਪੈਰੀ ਚਲੇ ਗਏ ਇਸ ਦੁਨੀਆ ਤੋਂ। ਸਿੱਖਾ ਜਾਪ ਸਾਹਿਬ ਪੜ੍ਹਦਿਆਂ ਹਉਮੈ ਨਾ ਆ ਜਾਵੇ। ਸਵਈਏ ਦੇ ਦਿੱਤੇ ਐ। ਆਪਾਂ ਪੰਜ ਬਾਣੀਆਂ ਦੀ ਵਿਆਖਿਆ 2 ਮਿੰਟ ਵਿੱਚ ਕਰਨੀ ਹੈ। ਸਵਈਆਂ ਦੀ ਬਾਣੀ ਦਿੱਤੀ ਹੈ ਕਿ ਸਵਈਆਂ ਵਿੱਚੋਂ ਪਖੰਡ ਦਾ ਖੰਡਨ ਕੀਤਾ ਤੇ ਤੇਰੇ ਅੰਦਰ ਬੈਰਾਗ ਪੈਦਾ ਕੀਤਾ। ਸਵਈਆਂ ਮਹਾਂਪੁਰਖਾਂ ਦੇ ਆਮ ਦੇ ਜਦੋਂ ਆਪਾਂ ਬਚਨ ਸੁਣਦੇ ਆ ਨਾ, ਕਹਿੰਦੇ ਸਵਈਆਂ ਦਾ ਪਾਠ ਵੱਧ ਤੋਂ ਵੱਧ ਕਰੋ ਜੇ ਬੈਰਾਗੀ ਬਣਨਾ ਹੈ। ਸਵਈਏ ਸਾਡੇ ਅੰਦਰ ਬੈਰਾਗ ਪੈਦਾ ਕਰਦੇ ਆ, ਤਿਆਗ ਪੈਦਾ ਕਰਦੇ ਆ, ਪਖੰਡ ਦਾ ਖੰਡਨ ਕਰਦੇ ਆ। ਚੌਥੇ ਨੰਬਰ ਤੇ ਬਾਣੀਆਂ ਸਾਧ ਸੰਗਤ ਦੀ ਸ੍ਰੀ ਚੌਪਈ ਸਾਹਿਬ ਦੀ। ਤੇ ਜਦੋਂ ਤੇਰੇ ਅੰਦਰ ਬੈਰਾਗ ਪੈਦਾ ਹੋ ਗਿਆ, ਪਖੰਡ ਦਾ ਖੰਡਨ ਹੋ ਗਿਆ, ਬੈਰਾਗੀ ਬਣ ਕੇ ਇਹ ਨਾ ਆਖ ਦਈ ਆਖਣ ਨੀਰ, ਕਹਿੰਦੇ ਅੱਖਾਂ ਵਿੱਚੋਂ ਪਾਣੀ ਡੋਲਣ ਲੱਗ ਪਵੇਂ, ਮੇਰੇ ਵਰਗਾ ਬੈਰਾਗੀ ਕੋਈ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਉੱਥੇ ਬੇਨਤੀ ਕਰੀ, ਹਮਰੀ ਕਰੋ ਹਾਥ ਦੇ ਰੱਛਾ, पूरन हुए चित्त की इच्छा, तब चरणन मन रहे हमारा, अपना जान करो प्रतपारा। फिर कहते बेनती करी किते बैरागी इना ना हो जावी कि बैरागी बन के आखे मैं ते बड़ा बैरागी आ, मेरे वर्गा बैरागी कोई नहीं, मेरे वर्गा त्यागी कोई नहीं। फिर कहते चौथे नंबर ते महाराज ने आख्या फिर उस अंदर दे सांभण वास्ते बेनती करी कि हमरी करो हाथ दे रक्षा, मारा साडी रखिया करो। जदों कहते सिखा 4 बाणियां पढ़ लवें फिर 5वीं बाणी ते आ जा।
ਪੰਜਵੀਂ ਬਾਣੀ ਹੈ ਸ੍ਰੀ ਆਨੰਦ ਸਾਹਿਬ। ਆਨੰਦ ਦਾ ਅਰਥ ਹੈ ਪ੍ਰਮਾਤਮਾ, ਸਾਹਿਬ ਦਾ ਅਰਥ ਹੈ ਪ੍ਰਮਾਤਮਾ। ਉਹ ਪ੍ਰਮਾਤਮਾ ਆਨੰਦ ਰੂਪ ਹੈ, ਉਹ ਪ੍ਰਮਾਤਮਾ ਦੇ ਅੰਦਰ ਆਨੰਦ ਹੀ ਆਨੰਦ ਹੈ। ਫਿਰ ਮਹਾਰਾਜ ਕਹਿੰਦੇ ਆਨੰਦ ਸਾਹਿਬ ਦੀ ਬਾਣੀ ਪੜ੍ਹੀ, ਜਦੋਂ ਤੂੰ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਤੇਰੇ ਅੰਦਰ ਜਾਪ ਚੱਲ ਪਵੇ, ਜਾਪ ਤੋਂ ਬਾਅਦ ਤੂੰ ਪਖੰਡ ਨਾ ਖੰਡਨ ਕਰ ਦੇਵੇਂ ਅਤੇ ਤੇਰੇ ਅੰਦਰ ਬੈਰਾਗ ਆ ਗਿਆ, ਫਿਰ ਤੂੰ ਚੌਪੀ ਦੀ ਬਾਣੀ ਪੜ੍ਹ ਲਈ। ਤੇਰੇ ਅੰਦਰ ਚੌਪੀ ਸਾਹਿਬ ਦੇ ਨਾਲ ਇਹ ਹੋਵੇਗਾ ਕਿ ਮੇਰੀ ਸਹਾਇਤਾ ਗੁਰੂ ਕਰਦਾ। ਪੰਜਵੇਂ ਨੰਬਰ ਤੇ ਬਾਣੀ ਆਨੰਦ ਸਾਹਿਬ ਦੀ। ਆਨੰਦ ਸਾਹਿਬ ਦੇ ਵਿੱਚ ਸਿੱਖਿਆ ਮਿਲਦੀ ਹੈ ਸਾਧ ਸੰਗਤ ਜੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆ ਵਧਾਈਆ। ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣੇ ਆਈਆਂ, ਉੱਥੇ ਅਨਹਦ ਵਾਜੇ ਸੁਣਦੇ ਆ। ਦਸਮ ਦਵਾਰ ਖੁੱਲਣ ਦੀ ਅਵਸਥਾ ਬਣਦੀ ਹੈ। ਅਨਹਦ ਵਾਜੇ ਸੁਣਨ ਦੇ ਨਾਲ ਅੰਮ੍ਰਿਤ ਰਸ ਆਉਂਦਾ ਹੈ। ਮਹਾਰਾਜ ਸਾਡੇ ਤੇ ਕਿਰਪਾ ਕਰਨ, ਪੰਜਾਂ ਬਾਣੀਆਂ ਦੇ ਧਾਰਨੀ ਹੋਈਏ। ਤੇ ਸਾਧ ਸੰਗਤ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਦਰਸਾਉਂਦੇ ਆ, ਜਦੋਂ ਆਨੰਦ ਦੀ ਪ੍ਰਾਪਤੀ ਹੋ ਗਈ ਤੇ ਸਮਝ ਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪ੍ਰਾਪਤੀ ਹੋ ਗਈ ਹੈ। ਫਿਰ ਰਹਿ ਰਸ ਰਾਤ ਨੂੰ ਕੀਰਤਨ ਸੋਲੇ ਦਾ ਪਾਠ ਕਰੀ। ਰਾਗੀ ਜੀ ਨੇ ਵੀ ਬੜਾ ਵਿਸਤਾਰ ਦਿੱਤਾ। ਇਹ ਪੰਜਾਂ ਦੋਹਾਂ ਚਾਰਾਂ ਮਿੰਟਾਂ ਵਿੱਚ ਇੱਕ ਥੋੜੀ ਜੀ ਤੁਸ਼ ਮਾਤਰ ਬੁੱਧੀ ਦੇ ਨਾਲ ਪੰਜ ਬਾਣੀਆਂ ਦੇ ਆਪਾਂ ਬਾਰੇ ਜ਼ਿਕਰ ਕੀਤਾ ਕਿ ਪੰਜ ਬਾਣੀਆਂ ਤੋਂ ਕੀ ਸਿੱਖਿਆ ਮਿਲਦੀ ਹੈ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਿਆ ਕਰੀਏ। ਕਈ ਵਾਰੀ ਸਾਡੇ ਮਨ ਵਿੱਚ ਵਿਚਾਰ ਆਉਂਦਾ, ਪਤਾ ਨਹੀਂ ਦਸਮ ਦੀ ਬਾਣੀ ਪੜ੍ਹਨੀ ਹੈ ਕਿ ਨਹੀਂ। ਕਈ ਵਾਰੀ ਸ਼ੰਕਾਵਾਦੀ ਸ਼ੰਕਾ ਕਰ ਲੈਂਦੇ ਆ। ਸਾਧ ਸੰਗਤ ਜੀ ਪੰਜ ਬਾਣੀਆਂ ਸਿੱਖ ਦਾ ਜੀਵਨ ਹੈ। ਰਹਿ ਰਾਸ ਦਾ ਪਾਠ ਕੀਰਤਨ ਸੋਲਾ ਸਿੱਖ ਦਾ ਜੀਵਨ ਹੈ। ਇਸ ਕਰਕੇ ਪੰਜ ਬਾਣੀਆਂ ਦੇ ਧਾਰਨੇ ਹੋਈਏ, ਗੁਰੂ ਤੇ ਇਤਿਹਾਸ ਤੋਂ ਜਾਣੀ ਹੋਈਏ। ਗੁਰਮੁਖ ਪਿਆਰੇ ਗੁਰੂ ਦੇ ਮਹਾਂਪੁਰਖ ਬਾਬਾ ਗੁਰਮੁਖ ਸਿੰਘ ਜੀ, ਉਹਨਾਂ ਦਾ ਕੋਟ ਆਨ ਕੋਟ ਧੰਨਵਾਦ ਹੈ।